मेरे वालों सारे स्टूडेंट्स नू प्यार भरी सत श्री अकाल ਅਤੇ ਨਮਸਤੇ। ਸੋ ਸਟੂਡੈਂਟਸ, ਇਸ ਤੋਂ ਪਿਛਲੇ ਵੀਡੀਓ ਲੈਕਚਰ ਦੇ ਵਿੱਚ ਅਸੀਂ ਸਾਰਿਆਂ ਨੇ ਫਿਜ਼ੀਕਲ ਕੁਆਂਟੀਟੀਜ਼ ਬਾਰੇ ਡਿਸਕਸ ਕੀਤਾ ਕਿ ਵਾਟ ਆਰ ਫਿਜ਼ੀਕਲ ਕੁਆਂਟੀਟੀਜ਼ ਐਂਡ ਹਾਊ ਦੇ ਆਰ ਰਿਪਰੈਜ਼ੈਂਟ। ਸੋ ਨਾਓ ਨੈਕਸਟ ਆਪਾਂ ਹੁਣ ਫਿਜ਼ੀਕਲ ਕੁਆਂਟੀਟੀਜ਼ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, which are scalar quantities and vector quantities. Scalar quantities and vector quantities ਨੂੰ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਦੋ ਛੋਟੇ ਛੋਟੇ ਟਰਮਸ ਪਤਾ ਹੋਣੀ ਚਾਹੀਦੀਆਂ ਹੈ। ਸੋ ਉਹਨਾਂ ਦੇ ਵਿੱਚੋਂ ਇੱਕ ਹੈ ਮੈਗਨੀਟਿਊਡ। ਸੋ ਇਹ ਜੋ ਵਰਡ ਹੈ ਇਹਦੇ ਬਾਰੇ ਤੁਸੀਂ ਬਾਰ-ਬਾਰ ਸੁਣੋਗੇ ਕਿ ਵਾਟ ਇਜ਼ ਮੈਗਨੀਟਿਊਡ। ਸੋ ਲੈਟਸ ਡਿਸਕਸ। So magnitude means the size or quantity or value of something। ਕਿਸੇ ਵੀ ਚੀਜ਼ ਦਾ ਸਾਈਜ਼ ਜਾਂ ਕੁਆਂਟੀਟੀ ਜਾਂ ਉਸ ਦੀ ਵੈਲਿਊ, ਉਸ ਨੂੰ ਆਪਾਂ ਕਹਿੰਦੇ ਆ ਮੈਗਨੀਟਿਊਡ। ਐਗਜ਼ਾਮਪਲ ਲੈ ਕੇ ਸਮਝਦੇ ਆ, ਉਸ ਵਿੱਚ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ। ਫॉर एग्जांपल I bought a 500 ml of cold drink। ਸੋ ਮੈਂ ਇੱਥੇ ਕੋਲਡ ਡਰਿੰਕ ਬਾਈ ਕੀਤੀ 500 ml ਦੀ। ਸੋ ਇੱਥੇ ਕੋਲਡ ਡਰਿੰਕ ਦੀ ਕੁਆਂਟੀਟੀ ਕਿੰਨੀ ਹੈ? 500। ਓਕੇ, ਸੋ ਇੱਥੇ ਮੈਂ ਕਹਾਂਗਾ ਕਿ ਕੋਲਡ ਡਰਿੰਕ ਦਾ ਮੈਗਨੀਟਿਊਡ ਹੈ 500। ਸੋ 500 ਕੀ ਹੈ ਇੱਥੇ? ਕੋਲਡ ਡਰਿੰਕ ਦਾ ਮੈਗਨੀਟਿਊਡ। ਨੈਕਸਟ ਐਗਜ਼ਾਮਪਲ, ਆਈ ਵਾਕ 10 ਕਿਲੋਮੀਟਰ ਡੇਲੀ। ਸੋ ਸਾਰਿਆਂ ਨੂੰ ਥੋੜੀ ਬਹੁਤੀ ਵਾਕ ਤਾਂ ਕਰਨੀ ਚਾਹੀਦੀ ਹੈ। ਓਕੇ, ਸੋ ਇਸ ਐਗਜ਼ਾਮਪਲ ਦੇ ਵਿੱਚ ਕਹਿ ਰਿਹਾ ਕਿ ਮੈਂ 10 ਕਿਲੋਮੀਟਰ ਡੇਲੀ ਵਾਕ ਕਰਦਾ ਹਾਂ। ਓਕੇ, ਸੋ ਇੱਥੇ ਦੇਖੋ ਜੋ ਵਾਕ ਹੈ, ਵਾਕ ਦਾ ਸਾਈਜ਼ ਕੀ ਹੈ? 10 ਕਿਲੋਮੀਟਰ। ਜੋ ਇੱਥੇ 10 ਹੈ ਉਹ ਕੀ ਰਿਪਰੈਜ਼ੈਂਟ ਕਰਦਾ ਹੈ? ਮੈਗਨੀਟਿਊਡ ਨੂੰ। ਓਕੇ, ਸੋ ਮੈਗਨੀਟਿਊਡ ਨੂੰ ਆਪਾਂ ਸਿੰਪਲ ਇਹ ਵੀ ਕਹਿ ਸਕਦੇ ਹਾਂ, ਇਟ ਇਜ਼ ਏ ਨੰਬਰ। The magnitude is specified by a number। So for example ਇੱਥੇ 500 ਇੱਕ ਨੰਬਰ ਹੈ, ਉਹ ਕਿਹਦੇ ਨਾਲ ਰਿਲੇਟਡ ਹੈ? ਕੋਲਡ ਡਰਿੰਕ ਦੇ ਨਾਲ। ਕੋਲਡ ਡਰਿੰਕ ਦੀ ਕੁਆਂਟੀਟੀ ਨੂੰ ਰਿਪਰੈਜ਼ੈਂਟ ਕਰਦਾ 500। ਇੱਥੇ ਵਾਕ, ਕਿੰਨੀ ਵਾਕ ਕੀਤੀ, ਉਹਦੀ ਕੁਆਂਟੀਟੀ ਕੀ ਹੈ ਜਾਂ ਉਹਦਾ ਸਾਈਜ਼ ਕੀ ਹੈ? 10। ਸੋ 10 ਕੀ ਇਜ਼ ਦਾ ਮੈਗਨੀਟਿਊਡ ਆਫ ਵਾਕ। He ate 6 bananas। ਓਕੇ, ਸੋ ਇੱਥੇ ਬੈਨਾਨਾਸ ਜਿਹੜੇ ਉਹਨੇ ਖਾਦੇ ਹੈ ਉਹਦੀ ਕੁਆਂਟੀਟੀ ਕਿੰਨੀ ਹੈ? 6। ਸੋ ਮੈਂ ਕਹਾਂਗਾ ਇੱਥੇ ਬੈਨਾਨਾਸ ਦਾ ਮੈਗਨੀਟਿਊਡ ਕਿੰਨਾ ਹੈ? 6। ਸੋ ਆਈ ਹੋਪ ਸਾਰਿਆਂ ਨੂੰ ਪਤਾ ਲੱਗਿਆ ਹੋਊਗਾ ਕਿ ਮੈਗਨੀਟਿਊਡ ਕਿਹਨੂੰ ਕਹਿੰਦੇ ਹੈ। ਸੋ ਇਟ ਇਜ਼ ਸਾਈਜ਼ ਔਰ ਕੁਆਂਟੀਟੀ ਔਰ ਵੈਲਿਊ ਆਫ ਸਮਥਿੰਗ। ਓਕੇ, ਸੋ ਲੈਟਸ ਮੂਵ ਟੂ ਨੈਕਸਟ ਟੌਪਿਕ, ਸਕੇਲਰ ਐਂਡ ਵੈਕਟਰ ਕੁਆਂਟੀਟੀਜ਼। ਸਟੂਡੈਂਟਸ, ਆਪਾਂ ਫਿਜ਼ੀਕਲ ਕੁਆਂਟੀਟੀਜ਼ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਸਕੇਲਰ ਕੁਆਂਟੀਟੀਜ਼ ਐਂਡ ਵੈਕਟਰ ਕੁਆਂਟੀਟੀਜ਼। ਸੋ ਲੈਟਸ ਸੀ what are those। so this is an example of a scalar quantity। so example ਤੋਂ ਆ ਕੇ ਸਮਝਦੇ ਹਾਂ ਕਿ ਮੈਂ ਇਹ ਜੋ ਸਪੋਜ਼ ਇਹ एक पर्सन है, वो दूसरे पर्सन ਨੂੰ ਕਹਿ ਰਿਹਾ ਹੈ ਕਿ ਮਾਈ ਹੋਮ ਇਜ਼ ਐਟ ਅ 5 ਕਿਲੋਮੀਟਰ ਡਿਸਟੈਂਸ, ਕਿ ਮੇਰਾ ਘਰ ਜਿਹੜਾ ਹੈਗਾ ਇੱਥੋਂ 5 ਕਿਲੋਮੀਟਰ ਦੇ ਡਿਸਟੈਂਸ ਤੇ ਹੈ। ਸੋ ਇੱਥੇ 5 ਕਿਲੋਮੀਟਰ ਕੀ ਹੋਇਆ? ਡਿਸਟੈਂਸ ਦਾ ਮੈਗਨੀਟਿਊਡ। ਸੋ ਡਿਸਟੈਂਸ ਕੀ ਹੋਇਆ ਇੱਥੇ? ਇੱਕ ਫਿਜ਼ੀਕਲ ਕੁਆਂਟੀਟੀਜ਼। ਸੋ ਉਹ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦਾ ਸਿਰਫ ਤੇ ਸਿਰਫ ਮੈਗਨੀਟਿਊਡ ਹੁੰਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਸਕੇਲਰ ਕੁਆਂਟੀਟੀਜ਼। ਓਕੇ, ਸੋ ਉਹ ਕੁਆਂਟੀਟੀਜ਼ ਜਿਨ੍ਹਾਂ ਦਾ ਸਿਰਫ ਮੈਗਨੀਟਿਊਡ ਹੁੰਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਸਕੇਲਰ ਕੁਆਂਟੀਟੀਜ਼। ਕਹਿ ਰਿਹਾ ਨਾ ਕਿ ਮੇਰੇ ਘਰ ਦਾ ਇੱਥੋਂ ਡਿਸਟੈਂਸ ਜਿਹੜਾ ਹੈਗਾ ਹੈ ਉਹ 5 ਕਿਲੋਮੀਟਰ ਹੈ। ਸੋ ਇੱਥੇ ਡਿਸਟੈਂਸ ਹੋਊਗਾ ਇੱਕ ਸਕੇਲਰ ਕੁਆਂਟੀਟੀ। ਨੈਕਸਟ, ਫਿਰ ਇਹੀ ਪਰਸਨ ਇਹਨੂੰ ਕਹਿ ਰਿਹਾ ਕਿ ਮਾਈ ਹੋਮ ਇਜ਼ ਐਟ 5 ਕਿਲੋਮੀਟਰ ਈਸਟ। ਹੁਣ ਦੇਖੋ ਇਹ ਜੋ ਪਰਸਨ ਹੈ ਇਹਨੂੰ
मैगनीट्यूड ਤਾਂ ਦੱਸ ਹੀ ਰਿਹਾ ਹੈ, ਠੀਕ ਹੈ। ਆਪਣੇ ਘਰ ਦਾ ਇੱਥੋਂ ਜੋ ਪਾਥ ਹੈ, ਠੀਕ ਹੈ, ਉਹਦਾ ਮੈਗਨੀਟਿਊਡ ਦਾ ਦੱਸ ਹੀ ਰਿਹਾ ਹੈ, ਬਟ ਡਾਇਰੈਕਸ਼ਨ ਵੀ ਨਾਲ ਦੱਸ ਰਿਹਾ ਹੈ ਕਿ ਮੇਰਾ ਘਰ ਜਿਹੜਾ ਹੈਗਾ ਆ 5 ਕਿਲੋਮੀਟਰ ਈਸਟ ਵਿੱਚ ਹੈ, ਠੀਕ ਹੈ। ਸੋ ਇਹ ਜੋ ਪਾਥ ਹੈ ਇਹਨੂੰ ਮੈਂ ਹੁਣ ਡਿਸਟੈਂਸ ਨਹੀਂ ਕਹਾਂਗਾ, ਇਹਨੂੰ ਮੈਂ ਕਹਾਂਗਾ ਡਿਸਪਲੇਸਮੈਂਟ। ਤੇ ਡਿਸਪਲੇਸਮੈਂਟ ਵੀ ਕੀ ਹੈ, ਇੱਕ ਫਿਜ਼ੀਕਲ ਕੁਆਂਟਿਟੀ। ਸੋ ਉਹ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦਾ ਮੈਗਨੀਟਿਊਡ ਤਾਂ ਹੁੰਦਾ ਹੀ ਹੈ ਬਟ ਨਾਲ ਡਾਇਰੈਕਸ਼ਨ ਵੀ ਹੁੰਦੀ ਹੈ, ਉਹਨਾਂ ਫਿਜ਼ੀਕਲ ਕੁਆਂਟੀਟੀਜ਼ ਨੂੰ ਆਪਾਂ ਕਹਿੰਦੇ ਆ ਵੈਕਟਰ ਕੁਆਂਟੀਟੀਜ਼। ਓਕੇ, scalar quantities, so scalar quantities are those quantities, or it is defined as a physical quantity that has only magnitude। ਉਹ physical quantity ਜਿਹਦਾ ਸਿਰਫ ਤੇ ਸਿਰਫ magnitude ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ scalar quantity। ਸੋ ਕਿਹੜੇ physical quantities ਹੋ ਸਕਦੀਆਂ ਹੈ, scalar quantities ਹੋ ਸਕਦੀਆਂ ਹੈ। ਫॉर एग्जांपल distance ਕੀ ਹੈ, ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਦਾ ਪਾਥ। ਸੋ ਡਿਸਟੈਂਸ, ਸਪੋਜ਼ ਤੁਹਾਡਾ ਸਕੂਲ ਔਰ ਕਾਲਜ ਤੁਹਾਡੇ ਘਰ ਤੋਂ 5 ਕਿਲੋਮੀਟਰ ਦੂਰ ਹੈ। ਸੋ ਸਕੂਲ ਤੋਂ ਲੈ ਕੇ ਘਰ ਤੱਕ ਦਾ ਜੋ ਪਾਥ ਹੋਇਆ ਉਹਨੂੰ ਆਪਾਂ ਕਹਾਂਗੇ ਡਿਸਟੈਂਸ, ਕਿਉਂਕਿ ਡਿਸਟੈਂਸ ਸਿਰਫ ਇੱਥੇ ਸਪੈਸੀਫਾਈ ਕੀਤਾ ਜਾ ਰਿਹਾ ਕਿ ਇਹ 5 ਕਿਲੋਮੀਟਰ ਤੇ ਹੈ। ਸੋ ਇਸ ਲਈ ਡਿਸਟੈਂਸ ਇੱਥੇ ਇੱਕ ਸਕੇਲਰ ਕੁਆਂਟਿਟੀ ਹੈ। ਓਕੇ, ਸਪੀਡ ਵੀ ਇੱਕ ਸਕੇਲਰ ਕੁਆਂਟਿਟੀ ਹੈ। ਸਪੀਡ ਕੀ ਹੁੰਦੀ ਹੈ? ਸਪੀਡ ਮੀਨਸ ਹਾਊ ਫਾਸਟ ਯੂ ਆਰ ਮੂਵਿੰਗ ਵਿਦ ਟਾਈਮ। ਸੋ ਤੁਸੀਂ ਟਾਈਮ ਨਾਲ ਕਿੰਨਾ ਫਾਸਟ ਮੂਵ ਕਰ ਰਹੇ ਹੋ। ਫਾਰ ਐਗਜ਼ਾਮਪਲ ਤੁਸੀਂ ਇਹ ਕਾਰ ਡਰਾਈਵ ਕਰ ਰਹੇ ਹੋ, ਓਕੇ, ਐਟ ਦੀ ਐਂਡ ਯੂ ਆਰ ਮੂਵਿੰਗ ਐਟ 50 ਕਿਲੋਮੀਟਰ ਪਰ ਆਵਰ। ਓਕੇ, ਸੋ ਕਾਰ ਮੂਵ ਕਰ ਰਹੀ ਹੈ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੇ ਉਹ ਕਿੰਨਾ ਕਵਰ ਕਰ ਰਹੀ ਹੈ ਡਿਸਟੈਂਸ? 50 ਕਿਲੋਮੀਟਰ ਇੱਕ ਆਵਰ ਦੇ ਵਿੱਚ, ਠੀਕ ਹੈ। ਸੋ ਜੋ ਇਹ ਟਰਮ ਹੈ, ਦੇਖੋ ਇਹ ਜੋ ਟਰਮ ਹੈ ਇਹ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ। ਸੋ ਇੱਥੇ ਜੋ ਪਾਥ ਕਵਰ ਕੀਤਾ ਜਾ ਰਿਹਾ ਹੈ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਦੇ ਵਿੱਚ ਵਿਦ 50 ਕਿਲੋਮੀਟਰ ਪਰ ਆਵਰ, ਉਸ ਪਾਥ ਨੂੰ ਆਪਾਂ ਕਹਿੰਦੇ ਆ ਸਪੀਡ। ਸੋ ਸਪੀਡ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਸਪੀਡ ਜਸਟ ਇਹ ਸਾਨੂੰ ਦੱਸਦੀ ਹੈ ਕਿ ਤੁਸੀਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਕਿੰਨਾ ਫਾਸਟ ਮੂਵ ਕਰ ਰਹੇ ਹੋ ਟਾਈਮ ਦੇ ਨਾਲ। ਸੋ ਸਪੀਡ ਇੱਕ ਸਕੇਲਰ ਕੁਆਂਟਿਟੀ ਹੈ। ਮਾਸ ਵੀ ਇੱਕ ਸਕੇਲਰ ਕੁਆਂਟਿਟੀ ਹੈ। ਮਾਸ ਦੀ ਵੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਹੈ। ਫਾਰ ਐਗਜ਼ਾਮਪਲ ਤੁਸੀਂ 5 ਕਿਲੋਗ੍ਰਾਮ ਰਾਈਸ ਲੈਣ ਗਏ। ਸੋ ਇੱਥੇ 5 ਕਿਲੋਗ੍ਰਾਮ ਕੀ ਹੈ? ਮਾਸ ਦਾ ਮੈਗਨੀਟਿਊਡ। ਓਕੇ, ਸੋ ਮਾਸ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਮਾਸ ਵੀ ਇੱਕ ਸਕੇਲਰ ਕੁਆਂਟਿਟੀ ਹੈ। ਹੁਣ ਟਾਈਮ ਦੀ ਵੀ ਕੋਈ ਡਾਇਰੈਕਸ਼ਨ ਨਹੀਂ ਹੈ। ਓਕੇ, ਇਹ ਤਾਂ ਹੁੰਦਾ ਨਹੀਂ ਹੈ ਕਿ ਤੁਸੀਂ ਇੱਕ ਪੁਆਇੰਟ ਤੇ ਖੜੇ ਹੋ, ਠੀਕ ਹੈ, ਉੱਥੇ ਤੁਹਾਡੀ ਘੜੀ ਕੁਝ ਹੋਰ ਟਾਈਮ ਦੱਸ ਰਹੀ ਹੈ ਤੇ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਚਲੇ ਜਾਓ। ਉਸੇ ਟਾਈਮ ਸਪੋਜ਼ ਕੋਈ ਤੁਹਾਡਾ ਫਰੈਂਡ ਹੈਗਾ ਆ, ਠੀਕ ਹੈ, ਉਹ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਖੜਾ ਹੋਇਆ ਹੈ। ਤੁਹਾਡੇ ਦੋਨਾਂ ਦੀਆਂ ਜੋ ਵਾਚਿਸ ਹੈਗੀਆਂ ਦੋਨੇ ਇੱਕ ਦੂਜੇ ਨਾਲ ਸਿੰਕਰੋਨਾਈਜ਼ ਕੀਤੀਆਂ ਹੋਈਆਂ ਹੈ। ਸੋ ਤੁਸੀਂ ਜਿਹੜੀ ਮਰਜ਼ੀ ਡਾਇਰੈਕਸ਼ਨ ਦੇ ਵਿੱਚ ਟਾਈਮ ਨੂੰ ਕੈਲਕੂਲੇਟ ਕਰ ਲਓ। ਟਾਈਮ ਜਿਹੜਾ ਹੋਊਗਾ ਉਹ ਹਰ ਇੱਕ ਡਾਇਰੈਕਸ਼ਨ 'ਚ ਸੇਮ ਰਹਿੰਦਾ ਹੈ। ਟਾਈਮ ਡਾਇਰੈਕਸ਼ਨ 'ਤੇ ਡਿਪੈਂਡ ਨਹੀਂ ਕਰਦਾ। ਸੋ ਟਾਈਮ ਦਾ ਇੱਕ ਸਿਰਫ ਮੈਗਨੀਟਿਊਡ ਹੁੰਦਾ ਹੈ। ਹਾਂ ਵੀ ਮੈਂ 5 ਸੈਕਿੰਡ ਵਾਕ ਕੀਤੀ, ਮੈਂ 10 ਕਿਲੋਮੀਟਰ ਰਨਿੰਗ ਕੀਤੀ। ਸੋ ਇੱਥੇ 10 ਕਿਲੋਮੀਟਰ 5 ਸੈਕਿੰਡ ਕੀ ਹੈ? ਮੈਗਨੀਟਿਊਡ ਆਫ ਟਾਈਮ। ਸੋ ਟਾਈਮ ਦਾ ਵੀ ਓਨਲੀ ਮੈਗਨੀਟਿਊਡ ਹੁੰਦਾ ਹੈ। ਓਕੇ, ਡਾਇਰੈਕਸ਼ਨ ਨਹੀਂ ਹੁੰਦੀ। ਸੋ ਟਾਈਮ ਵੀ ਇੱਕ ਸਕੇਲਰ ਕੁਆਂਟਿਟੀ ਹੈ। ਸੋ these are the examples of scalar quantities. Okay, one thing more, scalar quantities are one dimensional quantities because scalar quantities ਦਾ ਸਿਰਫ ਤੇ ਸਿਰਫ ਮੈਗਨੀਟਿਊਡ ਹੁੰਦਾ ਹੈ। ਡਿਸਟੈਂਸ ਕੀ ਹੈ? ਇੱਕ one dimensional quantity, ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਦਾ ਪਾਥ। ਓਕੇ, so these are one dimensional quantities. Scalar quantities ਸਾਰਿਆਂ ਨੂੰ ਪਤਾ ਚੱਲਿਆ ਹੋਵੇਗਾ। Scalar quantities are those quantities which have only magnitude. Okay,
सो नैक्सट साढ़े को आंदा है वैक्टर क्वांटिटीज़। सो जिस तरह स्केलर क्वांटिटीज़ का सिर्फ मैगनीट्यूड होंदा है, सो वो फिजिकल क्वांटिटीज़ जिन्हां दा मैगनीट्यूड होने दे नाल नाल डायरैक्शन भी हुंदी है, उन्होंने आपां कहने हैं वैक्टर क्वांटिटीज़। सो व्हाट आर वैक्टर क्वांटिटीज़? द क्वांटिटीज़ विच हैव बोथ मैगनीट्यूड एज वैल एज डायरैक्शन, जिन्हां दा मैगनीट्यूड भी होवे एंड डायरैक्शन भी होवे, उन्होंने आपां कहने हैं वैक्टर क्वांटिटीज़। फॉर एग्जाम्पल विलोसिटी, हुण स्पीड ते विलोसिटी दे विच यही फर्क है, स्पीड का सिर्फ मैगनीट्यूड हुंदा है बट विलोसिटी का मैगनीट्यूड भी हुंदा ते डायरैक्शन भी हुंदी है। फॉर एग्जाम्पल तुसी ये कार ड्राइव कर रहे हो एंड यू आर मूविंग 30 किलोमीटर पर आवर इन नॉर्थ डायरैक्शन। सो देखो इत्थे जो तुसी डिस्टेंस कवर कर रहे हो वो हैगा 30 किलोमीटर पर आवर इन नॉर्थ डायरैक्शन। सो इत्थे मैगनीट्यूड दे नाल नाल डायरैक्शन भी आ रहा है। सो इस क्वांटिटी नूं आपां कहांगे अ वैक्टर क्वांटिटी। सो वेलोसिटी एक्चुअल च है की है, हाउ फास्ट यू आर मूविंग विद टाइम एंड इन विच डायरैक्शन, कि तुसी कितना फास्ट मूव कर रहे हो टाइम दे नाल ते केड़ी डायरैक्शन च मूव कर रहे हो। सो वेलोसिटी च डायरैक्शन भी आ जाती है, स्पीड दे विच डायरैक्शन नहीं आती। स्पीड विच सिर्फ यही आंदा है कि तुसी कितना फास्ट मूव कर रहे हो, ओके। जबकि वेलोसिटी दे विच ये आंदा है कि तुसी कितना फास्ट मूव कर रहे हो 30 किलोमीटर पर आवर एंड केड़ी डायरैक्शन च मूव कर रहे हो नॉर्थ डायरैक्शन दे विच। सो इस करके वेलोसिटी एक वैक्टर क्वांटिटी है। इसी तरह डिस्प्लेसमेंट भी एक वैक्टर क्वांटिटी है। सो डिस्प्लेसमेंट है कि डिस्प्लेसमेंट का मतलब एक पॉइंट तो दूसरे पॉइंट दे विच शॉर्टेस्ट डिस्टेंस, घट्टो घट डिस्टेंस की है। हुण अगर एक पॉइंट इत्थे है दूसरा पॉइंट इत्थे है, सो दोनों दे विच शॉर्टेस्ट डिस्टेंस एक स्ट्रेट लाइन ही होया, ओके। सो डिस्प्लेसमेंट की है शॉर्टेस्ट डिस्टेंस बिटवीन टू पॉइंट्स एंड डिस्प्लेसमेंट की एक डायरैक्शन भी होंदी है। फॉर एग्जाम्पल तुसी इस पॉइंट तो इस पॉइंट तक मूव होए, सो इस पॉइंट तो इस पॉइंट तक सपोज तुसी 10 मीटर मूव होए, ठीक है। सो वो की हो गया डिस्प्लेसमेंट दा मैगनीट्यूड। एंड देखो तुम एक डायरैक्शन च भी जा रहे हो, इस पॉइंट तो इस पॉइंट एक डायरैक्शन च भी जा रहे हो, सपोज तुम नॉर्थ डायरैक्शन च जा रहे हो, ठीक है। सो इत्थे मैगनीट्यूड कितना हो गया 5, आई थिंक 5 किलोमीटर बोलिया है कि 5 मीटर बोलिया है, 5 मीटर हो गया मैगनीट्यूड एंड डायरैक्शन होगी नॉर्थ। इस करके वेलोसिटी सॉरी डिस्प्लेसमेंट भी एक वैक्टर क्वांटिटी है बिकॉज इट हैज़ मैगनीट्यूड एज वेल एज डायरैक्शन। सिमिलरली एक्सेलरेशन भी एक वैक्टर क्वांटिटी है, फोर्स भी एक वैक्टर क्वांटिटी है। एक्सेलरेशन बारे मैं अगली स्लाइड्स में तुहानूं दसांगा डिटेल दे विच। फोर्स भी है वैक्टर क्वांटिटी है। हुण देखो फोर्स जो आपां किसी नूं पुश करते हैं, सपोज तो एक कार खड़ी हुई है, तुसी इत्थे खड़े होए हो एंड कार रुकी हुई है एंड तुसी इस नूं इस डायरैक्शन दे विच फोर्स लगा रहे हो। सो देखो फोर्स लगा रहे हो, सो फोर्स का एक मैगनीट्यूड भी होएगा कि हाँ भी मैं 5 न्यूटन की फोर्स लगा रहे हैं, वो हो गया मैगनीट्यूड। देखो एक डायरैक्शन च लगा रहे हो ना, सपोज नॉर्थ डायरैक्शन च लगा रहे हो, सो फोर्स का मैगनीट्यूड भी होगा, मीनस तुम कितनी फोर्स ला रहे हो, तो क्योंकि फोर्स हमेशा एक डायरैक्शन च लगती है, सो फोर्स भी की हुई एक वैक्टर क्वांटिटी। सो आई होप स्केलर क्वांटिटीज़ ते वैक्टर क्वांटिटीज़ दे विच जो द बेसिक है तुहानूं पता लग्या होएगा। सो नैक्सट आ गया व्हाट इज़ द डिफरेंस बिटवीन स्केलर एंड वैक्टर क्वांटिटीज़। दिस इज़ वेरी वेरी इंपॉर्टेंट क्वेश्चन। एग्जाम दे विच 90% चांसिस यही होंदे है कि तुहानूं डिफरेंस पूछा जाता है, व्हाट इज़ द डिफरेंस बिटवीन स्केलर एंड वैक्टर क्वांटिटीज़। सो लेट्स स्टार्ट स्केलर क्वांटिटीज़। So as we discussed earlier, the scalar quantities are those quantities which have only magnitude। जिसका magnitude ही होगा सिर्फ, for example distance, speed, mass, time। so ये सारे नूं पता होना चाहिए है कि स्केलर क्वांटिटी दी एग्जांपल्स की है। स्केलर क्वांटिटी तो तुहानूं पता लग गई है कि दीज आर स्केलर क्वांटिटीज़ की होंदी है मैगनीट्यूड ओनली, बट एग्जांपल देना बहुत ही ज़रूरी होंदा है।
ਨੈਕਸਟ ਪੁਆਇੰਟ ਸਕੇਲਰ ਕੁਆਂਟੀਜ਼ ਦਾ let me okay yes so ਆਪਾਂ one by one discuss ਕਰਦੇ ਹਾਂ so scalar quantities are those quantities which have magnitude only and vector quantities are those quantities ਜਿਨ੍ਹਾਂ ਦਾ magnitude ਵੀ ਹੁੰਦਾ ਹੈ as well as direction ਵੀ ਹੁੰਦੀ ਹੈ displacement velocity force etc so scalar quantities these are one dimensional quantities so scalar quantity ਦੀ ਇੱਕ dimension ਹੁੰਦੀ ਹੈ ਸਿਰਫ ਬਿਕੋਜ਼ ਇਹਨਾਂ ਦਾ ਇੱਕ ਮੈਗਨੀਟਿਊਡ ਹੀ ਹੁੰਦਾ ਹੈ ਸੋ ਇਹਨਾਂ ਦੀ ਇੱਕ ਹੀ ਡਾਇਮੈਂਸ਼ਨ ਹੁੰਦੀ ਹੈ ਓਕੇ ਵੈਕਟਰ ਕੁਆਂਟੀਜ਼ ਆਰ ਮਲਟੀ ਡਾਇਮੈਂਸ਼ਨਲ ਵੈਕਟਰ ਕੁਆਂਟੀਜ਼ ਜਿਹੜੀਆਂ ਮਲਟੀ ਡਾਇਮੈਂਸ਼ਨਲ ਹੋ ਸਕਦੀਆਂ ਮੀਨਸ ਇਹ 2 ਡਾਇਮੈਂਸ਼ਨਲ ਹੋ ਸਕਦੀਆਂ 3 ਡਾਇਮੈਂਸ਼ਨਲ ਹੋ ਸਕਦੀਆਂ ਹੈ ਕਿਉਂਕਿ ਇੱਥੇ ਮੈਗਨੀਟਿਊਡ ਦੇ ਨਾਲ ਨਾਲ ਡਾਇਰੈਕਸ਼ਨ ਵੀ ਇਨਵੋਲਵ ਹੋ ਜਾਂਦੀ ਹੈ ਥਰਡ ਪੁਆਇੰਟ स्केलर क्वांटिटीज़ चेंजेस विद चेंज इन मैगनीट्यूड अगर किसी स्केलर क्वांटिटी का तुम मैगनीट्यूड चेंज करोगे देखो स्केलर क्वांटिटी डिपेंड ही करती है मैगनीट्यूड कल्ले डिपेंड करती है मैगनीट्यूड के उत्ते ठीक है सो अगर तुम किसी स्केलर क्वांटिटी का मैगनीट्यूड चेंज करांगे तो ओबीअसली अपने आप स्केलर क्वांटिटी भी चेंज हो जाती है फॉर एग्जाम्पल तुसी बाइक चला रहे हो 30 किलोमीटर पर आवर की स्पीड के नाल सो स्पीड का मैगनीट्यूड हो गया 30 किलोमीटर पर आवर सो तुही स्पीड चेंज करती तुही 30 तो 40 किलोमीटर पर आवर दे सो तुही मैगनीट्यूड चेंज करता पहला तुही तुहाडी स्पीड का मैगनीट्यूड 30 किलोमीटर पर आवर ही फिर तुही मैगनीट्यूड चेंज कर दिता अपनी स्पीड बाइक की स्पीड का 40 किलोमीटर पर आवर ते आ गए सो मैगनीट्यूड चेंज करने दे नाल ओबीअसली स्पीड भी चेंज होएगी सो स्केलर क्वांटिटीज़ दे विच सिर्फ मैगनीट्यूड पर डिपेंड करदियां हैं अगर मैगनीट्यूड चेंज होएगा स्केलर क्वांटिटीज़ भी चेंज हो जाएंगियां एंड वैक्टर क्वांटिटीज़ दो ते डिपेंड करदियां दो फैक्टर्स दियां मिलके बनियां हुंदियां मैगनीट्यूड एंड डायरैक्शन ओके सो अगर तुसी किसी वैक्टर क्वांटिटी का मैगनीट्यूड चेंज करोगे डायरैक्शन चेंज नहीं करोगे तां भी वैक्टर क्वांटिटी चेंज हो जाएगी अगर तुसी किसी वैक्टर क्वांटिटी का डायरैक्शन चेंज करोगे मैगनीट्यूड चेंज नहीं करोगे तो भी वैक्टर क्वांटिटी चेंज हो जाएगी क्योंकि वैक्टर क्वांटिटी ना दोनों से डिपेंड करती है एक भी चेंज हो जाए वैक्टर क्वांटिटी चेंज अगर दोनों चेंज करोगे ओबीअसली फिर तो वैक्टर क्वांटिटी चेंज हुई ठीक है फॉर एग्जाम्पल तुसी इस पॉइंट तो उपर वाल मूव करना शुरू किया नॉर्थ डायरैक्शन जा रहे हो सो ये तुही डिसप्लेसमेंट की सो नॉर्थ जा रहे हो ठीक है फॉर तुही की किया हुण डायरैक्शन चेंज करती वैस्ट में चले गए सो तारी डिसप्लेसमेंट भी चेंज हो जाएगी ओके बिकॉज डायरैक्शन चेंज हो गई मैगनीट्यूड चेंज हो गया सो नैक्सट पॉइंट लेने आप नॉर्मल रूल्स ऑफ अलजबरा आर एप्लीकेबल हेयर सो अगर स्केलर क्वांटिटीज़ दो स्केलर क्वांटिटीज़ नूं तुसीं ऐड करना है सबट्रैक्ट करना है जां डिवाइड करना है तो नॉर्मल जो अलजबरा के रूल होंगे 5 × 5 25 2 दूनी 4 5 5 25 ये रूल लगा के तुसीं स्केलर क्वांटिटीज़ नूं भी ये रूल्स स्केलर क्वांटिटीज़ ते भी एप्लीकेबल होंगे है फॉर एग्जाम्पल अगर 50 मीटर नूं डिवाइड करांगे 10 मीटर के नाल सो उपर डिस्टेंस एक डिस्टेंस 50 मीटर है एक डिस्टेंस 10 मीटर है सपोज ऐड ही करना तुम एक डिस्टेंस 50 मीटर है एक डिस्टेंस 10 मीटर है सो दोनों डिस्टेंस को ऐड करोगे सो 50 + 10 60 मीटर होगा सिंपल अलजबरा के रूल एप्लीकेबल हो जाएंगे ठीक है जित कि वैक्टर क्वांटिटीज़ दो वैक्टर क्वांटिटीज़ ऐड करना सबट्रैक्ट करना है ਉਹਦੇ ਲਈ ਇੱਕ ਡਿਫਰੈਂਟ ਸੈੱਟ ਆਫ ਰੂਲਸ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਕਿ ਤੁਸੀਂ ਨੈਕਸਟ ਪੜ੍ਹੋਗੇ ਕਿ ਆਪਾਂ ਕਿਸੇ ਦੋ ਵੈਕਟਰ ਕੁਆਂਟੀਟੀਜ਼ ਨੂੰ ਕਿਸ ਤਰ੍ਹਾਂ ਐਡ ਸਬਟਰੈਕਟ ਕਰ ਸਕਦੇ ਹਾਂ ਠੀਕ ਹੈ ਸੋ ਉਹਦੇ ਲਈ ਇੱਕ ਡਿਫਰੈਂਟ ਸੈੱਟ ਆਫ ਰੂਲਸ ਰਿਕੁਆਇਰਡ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਵੈਕਟਰ ਅਲਜਬਰਾ ਓਕੇ ਸੋ ਇਨ ਵੈਕਟਰ ਕੁਆਂਟੀਟੀਜ਼ ਓਨਲੀ ਦ ਰੂਲਸ ਆਫ ਵੈਕਟਰ ਅਲਜਬਰਾਸ ਆਰ ਐਪਲੀਕੇਬਲ Next point scalar quantities ਦੇ ਵਿੱਚ the scalar one scalar quantity can be divided by another scalar quantity ਇੱਕ scalar quantity ਨੂੰ ਆਪਾਂ ਦੂਜੀ scalar quantity ਨਾਲ ਸਿੱਧੇ ਡਿਵਾਈਡ ਕਰ ਸਕਦੇ ਹਾਂ ਠੀਕ ਹੈ ਫॉर एग्जांपल ਤੁਸੀਂ distance ਨੂੰ
डिस्टेंस है 50 मीटर ਉਹਨੂੰ ਸਿੰਪਲ ਕਿਸੇ ਹੋਰ ਡਿਸਟੈਂਸ 10 ਮੀਟਰ ਨਾਲ ਸਿੰਪਲੀ ਡਿਵਾਈਡ ਕਰ ਸਕਦੇ ਹੋ ਜਿਹਦਾ ਆਨਸਰ ਆਊਗਾ 40 ਓਕੇ ਸੋ ਇੱਕ ਸਕੇਲਰ ਕੁਆਂਟੀਟੀ ਨੂੰ ਦੂਸਰੀ ਸਕੇਲਰ ਕੁਆਂਟੀਟੀ ਨਾਲ ਸਿੰਪਲੀ ਆਪਾਂ ਡਿਵਾਈਡ ਕਰ ਸਕਦੇ ਹਾਂ ਜਦ ਕਿ ਵੈਕਟਰ ਕੁਆਂਟੀਟੀ ਨੂੰ ਦੂਸਰੀ ਵੈਕਟਰ ਕੁਆਂਟੀਟੀ ਨਾਲ ਡਿਵਾਈਡ ਕਰਨਾ नहीं किया जा सकता okay the one vector quantity cannot be divided by another vector quantity so these are the difference between scalar quantities and vector quantities and this is very important question so ये सारिਆਂ ने चंगी तरह समझ लेना है इनू ओके एंड अगर कोई इन कोई प्रॉब्लम आ रही है ये कुछ तो मैनू कमेंट सैक्शन दे जरूर कमेंट करके दस देना ओके सो दिस इज द एंड ऑफ द वीडियो थैंक यू फॉर बी विद मी